अस्सलाम वालेकुम नाजरीन, प्रोग्राम हरफ हिकमत के साथ मैं हूं आपका मेज़बान मुजीबुर रहमान साहिल और मेरे साथ तशरीफ़ फरमा है अलहाज हकीम अब्दुल मजीद चिश्ती कादरी साहब। तो आज का जो प्रोग्राम है उसका उन्वान डॉक्टर असगार साहब चाइना में मौजूद हैं, उन्होंने फरमाइश की थी हाइपर थायराइड के बारे में लोगों को आगाह करें। तो आज का उन्वान जो है हाइपर थायराइड है, लेकिन उससे पहले प्रोग्राम शुरू करने से पहले एक फरमाइश मेरे उस्ताद मोहतरम की भी थी और हमारे नाजरीन की भी कि प्रोग्राम को पंजाबी में कर लिया जाए। तो पंजाबी में प्रोग्राम जो है उसको करते हैं। तो सब तो पहले असी सवाल करांगे हकीम साहब नूं, हाइपर थायराइड है की है असल दे विच, इहनूं किस तरह डिफाइन करांगे हाइपर थायराइड जी। तिब दी ज़बान दे विच असीं अपनी मतलब कि पंजाबी ज़बान दे विच असीं गल करदे हां ते उदूद दीयां दो किस्मां है। गदूद दीयां दो किस्मां है। एक गदूद जिहड़े हैगे आ नालीदार गदूद आ जी, ਉਹ ਸਾਰੇ ਜਿਹੜੇ ਆ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਗਲੈਂਡਸ ਕਹਿ ਦਿੰਦੇ ਆ ਜੀ, ਤੇ ਉਹ ਸਾਰੇ ਉਹਨਾਂ ਦੇ ਵਿੱਚ ਨਾਲੀਆਂ ਹੁੰਦੀਆਂ। ਹਾਂਜੀ, ਇਹਨਾਂ ਨੂੰ ਮਤਲਬ ਕਿ ਸਾਡੀਆਂ ਨਿਸਾਬ ਦੀਆਂ ਕਿਤਾਬਾਂ 'ਚ ਸਾਡੇ ਕਾਲਜਸ 'ਚ ਪੜਾਇਆ ਜਾਂਦਾ ਹੈ। ਉਹ ਮਤਲਬ ਕਿ ਇਹਨੂੰ ਨਾਲੀਦਾਰ ਗਦੂਦ ਹੁੰਦਾ ਹੈ ਜੀ। ਇਹਦੇ ਨਾਲ ਜਿੰਨੇ ਵੀ ਮੁਸਲਕ ਜਿੰਨੇ ਵੀ ਜਿਸਮ ਦੇ ਵਿੱਚ ਬਾਡੀ ਦੇ ਵਿੱਚ ਜਿੰਨੇ ਵੀ ਬਾਕੀ ਗਦੂਦ ਕੰਮ ਕਰਦੇ ਆ ਸਾਰੇ ਨਾਲੀ ਵਾਲੇ ਜਿਗਰ ਦੇ ਮੁਤਾਬਿਕ ਕੰਮ ਕਰਦੇ ਆ। ਅੱਛਾ, ਜਿਗਰ ਦੇ ਮਾਤਹਿਤ ਜਿਹੜੇ ਗਦੂਦ ਕੰਮ ਕਰਦੇ ਆ ਉਹ ਨਾਲੀਦਾਰ ਗਦੂਦ ਹੁੰਦੇ ਆ, ਗਲੈਂਡਸ ਉਹਨਾਂ ਨੂੰ ਗਲੈਂਡਸ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ। ਤੇ ਕੁਝ ਗਲੈਂਡਸ ਐਸੇ ਆ ਜਿਨ੍ਹਾਂ ਦੇ ਵਿੱਚ ਨਾਲੀਆਂ ਨਹੀਂ ਮੌਜੂਦ। ਅੱਛਾ, ਉਹ ਤਿੱਲੀ ਦੇ ਤਹਿਤ ਕੰਮ ਕਰਦੇ ਆ, ਤਹਾਲ। ਅੱਛਾ, ਠੀਕ ਹੈ ਨਾ, ਪੰਜਾਬੀ ਵਿੱਚ ਉਹਨੂੰ ਤਿੱਲੀ ਕਹਿ ਦਿੰਦੇ ਆ। ਤਿੱਲੀ ਦੇ ਤਹਿਤ ਜਿਹੜੇ ਕੰਮ ਕਰਦੇ ਆ ਉਹ ਨਾਲੀਦਾਰ ਨਹੀਂ ਹੁੰਦੇ, ਉਹਨਾਂ 'ਚ ਨਾਲੀਆਂ ਨਹੀਂ ਹੁੰਦੀਆਂ, ਬਲਕਿ ਉਹ ਸੱਕ ਕਰਦੇ ਆ ਜੀ, ਚੂਸਦੇ ਆ ਕਿਸ ਚੀਜ਼ ਨੂੰ, ਸੱਕ ਕਰਕੇ ਉਸ ਨਿਜ਼ਾਮ ਨੂੰ ਚਲਾਉਂਦੇ ਆ। ਤੇ ਇਹਦੇ ਵਿੱਚ ਜਿਹੜਾ ਹੈ ਕਿ ਹਾਈਪਰ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਜਿਗਰ ਦਾ ਗਲੈਂਡਸ ਆ ਇਹ ਕੁਝ ਜ਼ਿਆਦਾ ਵਰਕਿੰਗ ਕਰਨ ਲੱਗ ਪੈਂਦਾ ਹੈ। ਅੱਛਾ, ਨਾਲੀਦਾਰ ਗਲੈਂਡਸ ਜਿਹੜੇ ਨਾਲੀਦਾਰ ਗਲੈਂਡ ਦੇ ਵਿੱਚ ਜਦੋਂ ਇਹ ਗਦੂਦ ਜ਼ਿਆਦਾ ਕੰਮ ਕਰਦਾ, ਇਹਨੂੰ ਅਸੀਂ ਅੰਗਰੇਜ਼ੀ 'ਚ ਕਹੀਏ ਤੇ ਗਲੈਂਡ ਜ਼ਿਆਦਾ ਕੰਮ ਕਰਨ ਲੱਗ ਪੈਂਦਾ। ਅੱਛਾ, ਤੇ ਉਹ ਜਿਹੜਾ ਉਹਦੇ ਨਾਲ ਜਿਹੜੇ ਟੈਸਟ ਆਉਂਦੇ ਆ ਲੈਬੋਰਟਰੀ ਦੇ ਵਿੱਚ D3 T4 ਔਰ FSH ਇਹ ਮੁਤਾਸਰ ਹੁੰਦੇ ਅਕਸਰ ਵੱਧ ਕੇ ਹੁੰਦੇ ਆ, ਇਹ ਵੱਧ ਜਾਂਦੇ। ਠੀਕ ਹੈ, ਵਧਣ ਦੇ ਨਾਲ ਇਹ ਹੁੰਦਾ ਕਿ ਜਿਹੜਾ ਮਰੀਜ਼ ਆ ਉਹਨੂੰ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਹੁੰਦਾ। ਠੀਕ ਹੈ। ਅੱਛਾ, ਇਹ ਜਿਹੜੇ ਜਿਗਰ ਦੇ ਗਦੂਦ ਹੈ ਇਹਨਾਂ ਦੀ ਅਗਰ ਕੰਮ ਕਰਨ ਦੀ ਸਲਾਹੀਅਤ ਵੱਧ ਜਾਂਦੀ ਹੈ, ਕੰਮ ਕਰਨ ਦੀ ਸਲਾਹੀਅਤ ਵਧਣ ਦੇ ਨਾਲ ਵੀ ਨੁਕਸਾਨ ਹੁੰਦਾ, ਮਤਲਬ ਕਿ ਉਹਦੇ ਵਿੱਚ ਜਿਹੜੇ ਹਾਰਮੋਨਸ ਉਹ ਜ਼ਿਆਦਾ ਵਰਕਿੰਗ ਕਰਦੇ, ਐਕਟਿਵ ਹੋ ਜਾਂਦੇ ਆ। ਅੱਛਾ, ਮਤਲਬ ਕਿ ਆਪਣੇ ਕਿਸੇ ਵੀ ਸਿਹਤ ਜਿਹੜੀ ਸਾਡੀ ਜਿਸਮ ਦੀ ਆ ਉਹ ਇਹ ਤਦਾਲ ਦਾ ਨਾਮ ਆ। ਹਾਰਮੋਨਲ ਇਸ਼ੂ ਹੋ ਗਏ, ਵੱਧ ਗਏ ਤਾਂ ਵੀ ਖਰਾਬ ਹੈ, ਘਟ ਗਏ ਤਦ ਵੀ ਖਰਾਬ। ਅੱਛਾ, ਇਹ ਜਿਹੜਾ ਹਾਈਪਰ ਥਾਇਰਾਇਡ ਹੈ ਜੀ, ਇਹਦਾ ਕੋਈ ਉਰਦੂ ਨਾਮ ਕੀ ਹੋਏਗਾ ਜਾਂ ਪੰਜਾਬੀ ਚ ਇਹਨੂੰ ਕੀ ਕਹਿੰਦੇ ਆ, ਜਾਂ ਅਰਬੀ ਚ ਕਿਸੇ ਜ਼ਬਾਨ? ਅਰਬੀ ਚ ਗੁਦਦ ਨਾਕਲਾ ਅਸੀਂ ਇਹਨੂੰ ਕਹਾਂਗੇ। ਅੱਛਾ, ਗੁਦਦ ਨਾਕਲਾ ਜਿਹੜੀ ਆ ਇਹ ਜ਼ਿਆਦਾ ਵਰਕਿੰਗ ਸ਼ੁਰੂ ਕਰ ਦਿੰਦੀ ਹੈ। ਠੀਕ ਹੋ ਗਿਆ। ਉਹਦੇ ਨਾਲ ਜਿਹੜੇ ਮਤਲਬ ਕਿ ਹਾਰਮੋਨਸ ਆ ਜਿਸਮ ਦੇ, ਕਹ ਲਓ ਕੁਝ ਤਵਾਜ਼ਨ ਰੱਖਣ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਥੋੜੀ ਜਿਹੀ ਆਪਣੀ ਸਪੀਡ ਤੋਂ ਜ਼ਿਆਦਾ ਹੋ ਜਾਂਦੀ ਹੈ। ਅੱਛਾ, ਤੁਸੀਂ ਇਹ ਦੱਸਣਾ ਹੈ ਕਿ ਜਦੋਂ ਗਦੂਦ ਦੇ ਨਾਕਲਾ ਦੇ ਵਿੱਚ ਕੋਈ ਖਰਾਬੀ ਆਈ ਹੈ, ਵਧੇ ਘਟਿਆ, ਉਹਦੀ ਐਕਟੀਵਿਟੀ ਖਰਾਬ ਹੋਈ ਹੈ, ਹਾਰਮੋਨਸ ਜਿਹੜੇ ਆ ਉਹਨਾਂ ਦੀ ਐਕਟੀਵਿਟੀ ਖਰਾਬ ਹੋਈ ਹੈ, ਉਸ ਤੋਂ ਬਾਅਦ ਕਿਹੜੀਆਂ ਬਿਮਾਰੀਆਂ ਬੰਦੇ ਨੂੰ ਲੱਗ ਸਕਦੀਆਂ? ਹਾਂ, ਇਹਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਪੇਸ਼ੈਂਟ ਆ ਉਹਨੂੰ ਗਰਮੀ ਦਾ ਬਹੁਤ ਜ਼ਿਆਦਾ ਅਹਿਸਾਸ ਹੁੰਦਾ। ਅੱਛਾ, ਇਹ ਪਹਿਲੀ ਅਲਾਮਤ ਹੈ? ਇਹਦੀ ਪਹਿਲੀ ਅਲਾਮਤ ਉਹਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ, ਉਹਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ। ਅੱਛਾ, ਉਹਦਾ ਦਿਲ ਬਹੁਤ ਘਬਰਾਹਟ ਚ ਚਲੇ ਜਾਂਦਾ ਹੈ। ਦਿਲ ਘਬਰਾਉਂਦਾ ਹੈ? ਦਿਲ ਬਹੁਤ ਘਬਰਾਉਂਦਾ ਹੈ ਜੀ। ਠੀਕ ਹੈ ਨਾ ਜੀ। ਉਲਟੀਆਂ ਹੁੰਦੀਆਂ? ਨਹੀਂ, ਉਲਟੀਆਂ ਵੋਮਟਿੰਗ ਨਹੀਂ ਹੁੰਦੀ, ਬਸ ਦਿਲ ਵੈਸੇ ਉਹਦਾ ਜਿਹੜਾ ਨਾ ਅੱਛਾ ਖਰਾਬ ਹੁੰਦਾ। ਹਾਂ, ਜ਼ੁਲ ਫਤਰਾ ਵੀ ਹੁੰਦਾ ਹੈ ਸਾਡੀ ਅਰਬੀ ਦੇ ਵਿੱਚ, ਕਹਿੰਦੇ ਕਿ ਦਿਲ ਕੋਈ ਨਾ ਕੋਈ ਪਿਕ ਮਿਸ ਕਰ ਜਾਂਦਾ ਹੈ। ਅੱਛਾ ਅੱਛਾ ਅੱਛਾ, ਜਿਹੜੀ ਧੜਕਣ ਆ ਨਾ, ਹਾਂਜੀ, ਉਸ ਧੜਕਣ ਵਿੱਚ ਬਾਸ ਕਾ ਤੋਂ ਮਿਸਿੰਗ ਵੀ ਕਿਸੇ ਟਾਈਮ ਤੇ ਪੰਪ ਨਹੀਂ ਹੋਇਆ ਤੇ ਬੁਲਬੁਲੇ ਆ ਗਏ ਆ। ਇਹ ਅਲਾਮਤ ਹਾਈਪਰ ਦੇ ਵਿੱਚ ਵੀ ਆ ਜਾਂਦੀ ਹੈ, ਲੇਕਿਨ ਇਹ ਅਲੱਗ ਤੋਂ ਇੱਕ ਅਲੱਗ ਤੋਂ ਵੀ ਅਲਾਮਤ, ਅਲੱਗ ਤੋਂ ਇਲਾਵਾ ਹੀ ਇੱਕ ਮਰਜ਼ ਹੈਗੀ ਆ। ਲੇਕਿਨ ਇਹਦੇ ਵਿੱਚ ਪੇਸ਼ੈਂਟ ਫਿਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ, ਜਿਸ ਲਈ ਉਹਦੀ ਦਿਲ ਦੀ ਕੋਈ ਨਾ ਕੋਈ ਧੜਕਣ ਮਿਸ ਕਰਦੀ ਹੈ। ਪੇਸ਼ੈਂਟ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਬਬ, ਬੋਝ ਵੀ ਮਹਿਸੂਸ ਕਰਦਾ ਸੀ, ਬੋਝ ਬਸ ਉਹਨੂੰ ਜਿਹੜਾ ਨੂੰ ਘਬਰਾਹਟ ਬਹੁਤ ਜ਼ਿਆਦਾ ਫੀਲ ਹੁੰਦੀ ਹੈ, ਘਬਰਾ ਪੈਂਦਾ। ਇਹਦੇ ਵਿੱਚ ਬੋਝ ਕਮ ਹੁੰਦਾ ਹੈ, ਘਬਰਾਹਟ ਜ਼ਿਆਦਾ ਹੁੰਦੀ ਹੈ, ਤੇ ਜਿਸਮ ਦਾ ਵਜ਼ਨ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ। ਔਰ T3 ਜਿਹੜੇ ਟੈਸਟ ਮੈਡੀਕਲੀ ਅਗਰ ਤੁਸੀਂ ਕਿਸੇ ਲੈਬੋਰਟਰੀ ਤੋਂ ਕਰਾਉਂਦੇ ਹੋ, T3 ਔਰ T4 ਹਾਂਜੀ, ਇਹ ਜਿਹੜੇ ਆ ਨਾ ਇਹ ਉਹਦੇ ਵੱਧ ਜਾਂਦੇ ਆ। ਅੱਛਾ, T3 ਔਰ ਇਹਦੇ ਨਾਲ ਮਤਲਬ ਕਿ ਅਗਰ ਇਹ ਜ਼ਿਆਦਾ ਹੀ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਣ, ਵਜ਼ਨ ਕਮ ਹੁੰਦਿਆਂ ਬੰਦਾ ਕੈਂਸਰ ਦੀ ਸਟੇਜ ਵੱਲ ਵੀ ਜਾ ਸਕਦਾ ਹੈ। ਅੱਛਾ, ਇਹ ਹਾਈਪਰ ਥਾਇਰਾਇਡ ਬੰਦੇ ਨੂੰ ਕੈਂਸਰ ਤੱਕ ਵੀ ਪਹੁੰਚਾ ਸਕਦਾ ਹੈ, ਬਹੁਤ ਤੇਜ਼ੀ ਨਾਲ ਵਜ਼ਨ ਕਮ ਕਰ। ਅੱਛਾ, ਇਹਦੀਆਂ ਬੁਨਿਆਦੀ ਅਲਾਮਤਾਂ ਜਿਹੜੀਆਂ ਸ਼ੁਰੂ ਤੋਂ ਹੀ ਜਿੱਥੋਂ ਮਤਲਬ ਹੋਇਆ ਉਹ ਕੀ ਹੋ ਸਕਦੀਆਂ? ਬਲਕਿ ਉਹ ਜਿਸ ਮਰੀਜ਼ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ, ਮਤਲਬ ਉਹਨੂੰ ਪਤਾ ਲੱਗ ਗਿਆ ਕਿ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਉਹਨੂੰ, ਠੀਕ ਹੋ ਗਿਆ ਨਾ ਜੀ।
ਉਹਦੇ ਡੇਲੇ ਜਿਹੜੇ ਆ, ਅੱਖਾਂ ਦੇ ਡੇਲੇ ਇਦਾਂ ਹੁੰਦੇ ਜਿੱਦਾਂ ਬਾਹਰ ਨੂੰ ਆ ਗਏ। ਅੱਛਾ ਅੱਖਾਂ ਦੇ ਡੇਲੇ ਬਿਲਕੁਲ ਤੁਸੀਂ ਆਪਣੇ ਮੁਆਸ਼ਰੇ ਦੇ ਅੰਦਰ ਚੱਲਦੇ ਫਿਰਦੇ ਦੇਖੋਗੇ, ਕੁਝ ਲੋਕਾਂ ਦੇ ਜਿਸਮ ਸੁੱਕੇ ਹੋਏ ਹੁੰਦੇ ਆ ਔਰ ਡੇਲੇ ਬਿਲਕੁਲ ਹੀ ਅੱਖਾਂ ਦੇ ਉੱਤੇ, ਚਿਹਰੇ ਦੇ ਉੱਤੇ ਇਦਾਂ ਹੁੰਦਾ ਜਿੱਦਾਂ ਬਾਹਰ ਹੀ ਲਗਾਏ ਹੋਏ ਆ। ਅੱਛਾ, ਇਦਾਂ ਬਾਹਰ ਨੂੰ ਗਿਰਨੇ ਵਾਲੇ ਆ। ਹਾਈਪਰਥਾਇਰਾਇਡ ਦੀ ਬਿਲਕੁਲ ਵਾਜ਼ਿਹ ਨਿਸ਼ਾਨੀ ਹੈ। ਤੇ ਇਹਦੇ ਨਾਲ ਜਿਹੜੀਆਂ ਮਜ਼ੀਦ ਅਲਾਮਤ ਆਉਂਦੀਆਂ ਜੀ, ਮਰੀਜ਼ ਦੀ ਜਿਲਦ ਖੁਸ਼ਕ ਹੋ ਜਾਂਦੀ ਆ, ਨੀਂਦ ਕਮ ਹੋ ਜਾਂਦੀ ਆ, ਬਾਲ ਝੜਨੇ ਸ਼ੁਰੂ ਹੋ ਜਾਂਦੇ ਆ। ਅੱਛਾ, ਬਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਆ, ਔਰ ਬਾਜ਼ ਪੇਸ਼ੈਂਟ ਦੇ ਹੱਥ ਵੀ ਕੰਬਣੇ ਸ਼ੁਰੂ ਹੋ ਜਾਂਦੇ ਆ। ਅੱਛਾ, ਜਦਕਿ ਇੱਥੇ ਇਹਦਾ ਉਮਰ ਦੇ ਨਾਲ ਨਹੀਂ ਆ ਤਾਲੁਕ? ਜਿਹੜਾ ਰਾਸ਼ਾ ਹੈ ਉਹ ਅਲੱਗ ਮਰਜ਼ ਆ। ਅੱਛਾ, ਰਾਸ਼ਾ ਜਿਹੜਾ ਮਰਜ਼ ਇੱਕ ਅਲੱਗ ਆ, ਲੇਕਿਨ ਇੱਥੇ ਹਾਈਪਰਥਾਇਰਾਇਡ ਦੀ ਵਜ੍ਹਾ ਤੋਂ ਵੀ ਮਰੀਜ਼ ਦੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ। ਅੱਛਾ, ਇਦਾਂ ਕਮਜ਼ੋਰੀ ਫੀਲ ਕਰਨ ਲੱਗ ਪਏਗਾ। ਠੀਕ ਹੋ ਗਿਆ, ਵੀਕਨੈਸ ਵੀ ਹੈ, ਵੀਕਨੈਸ ਵੀ ਉਹਦੇ ਚ ਆ ਜਾਏਗੀ। ਠੀਕ ਹੈ, ਕਿਉਂਕਿ ਬੇਸਿਕਲੀ ਉਹਦੇ ਜਿਸਮ ਦੇ ਤਵਾਜ਼ਨ ਸਾਰੇ ਖਰਾਬ ਹੋ ਜਾਂਦੇ ਨੇ। ਹਾਂ ਬਿਲਕੁਲ, ਕੁਝ ਵੀ ਉਹਦੇ ਨਾਲ ਗੈਰ ਮਤਵਾਜ਼ਨ ਹੋ ਗਿਆ ਤੇ ਉਹਦੇ ਨਾਲ ਕੁਝ ਵੀ ਹੋ ਜਾਏਗਾ। ਤੇ ਉਹਦੇ ਮਤਲਬ ਕਿ ਘਬਰਾਹਟ, ਚਿੜਚਿੜਾਪਨ ਉਹ ਚ ਬਹੁਤ ਜ਼ਿਆਦਾ ਆ ਜਾਏਗਾ। ਲੜਾਈ ਹੈ ਨਹੀਂ, ਹਾਂਜੀ, ਚਿੜਚਿੜਾਪਨ ਉਹਦੇ ਚ ਬਹੁਤ ਜ਼ਿਆਦਾ ਆ ਜਾਏਗਾ। ਸਹੀ ਹੈ। ਇਹਦੇ ਨਾਲ ਕਿਹੜੇ ਮਰਜ਼ ਲੱਗ ਸਕਦੇ ਆ? ਮਤਲਬ ਕੋਈ ਇਹਦੇ ਨਾਲ ਮਤਲਬ ਕਿ ਬੰਦਾ ਬੇਚੈਨ ਰਹਿੰਦਾ ਹਰ ਵੇਲੇ। ਅੱਛਾ, ਕੋਈ ਕੰਮ ਨਹੀਂ ਸਹੀ ਤਰੀਕੇ ਨਾਲ ਕਰ ਸਕਦਾ, ਹਰ ਵੇਲੇ ਬੇਚੈਨੀ, ਤਬੀਅਤ ਜਿੱਥੇ ਬੈਠੇਗਾ ਹਰ ਵੇਲੇ ਬੇਚੈਨੀ, ਗੁਫ਼ਤਗੂ ਚ ਬੇਚੈਨੀ, ਸੁਸਤੀ ਕੋਈ ਨਹੀਂ। ਇਹ ਚ ਸੁਸਤੀ ਨਹੀਂ ਹੁੰਦੀ, ਇਹਦੇ ਚ ਸੁਸਤੀ ਨਹੀਂ, ਤੇਜ਼ੀ ਆ, ਹਰ ਕੋਈ ਚੁਸਤੀ ਹੈ। ਹਾਂਜੀ, ਚੁਸਤੀ ਆ, ਮਤਲਬ ਕਿ ਚੁਸਤੀ ਆਪਣੇ ਇਤਦਾਲ ਤੋਂ ਵੱਧ ਜਾਂਦੀ ਹੈ। ਤੇ ਟੈਨਸ਼ਨ ਵੱਧਦੀ ਆ, ਜ਼ਿਹਨ ਪਰੇਸ਼ਾਨ ਹੁੰਦਾ ਆ, ਕੋਈ ਵੀ ਕੰਮ ਉਹ ਸਹੀ ਤਰੀਕੇ ਨਾਲ ਅੰਜਾਮ ਨਹੀਂ ਦੇ ਪਾਉਂਦਾ। ਤੇ ਉਹਨੂੰ ਅਸੀਂ ਸਾਈਕੋਲੋਜੀਕਲ ਫੈਕਟਰ ਸਮਝ ਕੇ ਕਿਸੇ ਕੁਝ ਲੋਕ ਜੀ ਬਾਸ ਕਾ ਸਾਈਕੋਲੋਜੀ ਫੈਕਟਰ ਸਮਝ ਲਿਆ ਜਾਂਦਾ ਹੈ। ਬਾਸ ਕਾ ਤੇ ਸਾਡੀ ਪੰਜਾਬੀ ਚ ਉਹਨੂੰ ਕਿਹਾ ਜਾਂਦਾ ਜੀ ਇਹ ਬਹੁਤ ਹੀ ਜ਼ਿਆਦਾ ਮਤਲਬ ਕਿ ਫਿਰ ਡੂਡ ਸ਼ਿਆਰ ਹੋ ਗਿਆ। ਅੱਛਾ, ਸਹੀ ਹੋ ਗਿਆ ਨਾ ਜੀ। ਇਸ ਤਰੀਕੇ ਦੇ ਮੁxtਲਿਫ ਅਲਫਾਜ਼ ਸਾਡੇ ਮਾਸ਼ਾਅੱਲਾ ਜਿਸ ਤਰ੍ਹਾਂ ਤੁਸੀਂ ਡੂਡ ਸ਼ਿਆਰ ਕਿਹਾ ਨਾ, ਮੈਨੂੰ ਗੱਲ ਯਾਦ ਆ ਗਈ ਹੈ। ਮੈਨੂੰ ਉਸਤਾਦ ਮੁਹਤਰਮ ਨੇ ਕਿਹਾ ਕਿ ਪੰਜਾਬੀ ਦੇ ਵਿੱਚ ਨਾ ਲੋਕ ਇਸ ਤਰ੍ਹਾਂ ਕੰਫਰਟੇਬਲ ਹੁੰਦੇ ਆ, ਵਿੱਚ ਤੁਸੀਂ ਉਹ ਵੀ ਜ਼ਿਕਰ ਕਰਨਾ ਕਿ ਉਹ ਇੱਕ ਕੰਮਾਂ ਜੀ ਕਹਿੰਦੇ ਮੇਰੇ ਇੱਥੇ ਘਉ ਮਊ ਜਿਹਾ ਹੁੰਦਾ। ਹੁਣ ਘਉ ਮਊ ਤੁਹਾਨੂੰ ਸਮਝ ਆ ਰਹੀ ਹੈ, ਜਿਹਨੂੰ ਹੋ ਰਿਹਾ ਉਹਨੂੰ ਸਮਝ ਆ ਰਹੀ ਹੈ। ਤੇ ਉਸ ਤਰ੍ਹਾਂ ਉਰਦੂ ਦੇ ਵਿੱਚ ਇਹਦੀ ਜਗ੍ਹਾ ਤੇ ਕੋਈ ਲਫ਼ਜ਼ ਨਹੀਂ ਹੈਗਾ। ਹਾਂਜੀ ਹਾਂਜੀ। ਅੱਛਾ, ਉਸ ਤੋਂ ਬਾਅਦ ਅਗਰ ਮਤਲਬ ਅਲਾਮਾਤ ਦੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਹਾਈਪਰਥਾਇਰਾਇਡ ਦੀ, ਫੌਰੀ ਤੌਰ ਤੇ ਉਹਨੂੰ ਨਾ ਮਤਲਬ ਕੀ ਆਪਣੇ ਆਪ ਚ ਤਬਦੀਲ ਕਰਨਾ ਚਾਹੀਦਾ? ਫੌਰੀ ਤੌਰ ਤੇ ਮਤਲਬ ਕਿ ਇਹ ਜਿਹੜਾ ਉਹਨੂੰ ਆਪਣੀ ਗ਼ਜ਼ਾ ਨੂੰ ਸਭ ਤੋਂ ਪਹਿਲੇ ਸਿਖਾਓਗੇ ਚੇਂਜ ਕਰੇ। ਮੈਡੀਸਨ ਤੋਂ ਪਹਿਲੇ ਹੀ ਸਭ ਤੋਂ ਪਹਿਲੇ ਆਪਣੀ ਗ਼ਜ਼ਾ ਨੂੰ ਫੌਰੀ ਚੇਂਜ ਕਰ ਦੇ। ਅੱਛਾ, ਗ਼ਜ਼ਾ ਦੇ ਵਾਧੇ ਘਾਟੇ ਦੇ ਨਾਲ ਵੀ ਇਹ ਫਰਕ? ਹਾਂਜੀ, ਕਿਉਂਕਿ ਉਹਨੂੰ ਗਰਮ ਗ਼ਜ਼ਾਵਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ। ਅੱਛਾ, ਗਰਮ ਨਹੀਂ ਖਾਣਾ, ਜਦੋਂ ਗੋਸ਼ਤ ਵਗੈਰਾ ਨਾ ਖਾਵੇ। ਉਹਨੂੰ ਇਹ ਮਹਿਸੂਸ ਹੋ ਗਿਆ ਕਿ ਉਹਨੂੰ ਇਹ ਮਸਾਇਲ ਸ਼ੁਰੂ ਹੋ ਗਏ ਆ, ਇਹਨਾਂ ਚੋਂ ਕੋਈ ਅਲਾਮਤ ਹੈ, ਅੱਖਾਂ ਬਾਹਰ ਨੂੰ ਆਉਣ ਲੱਗ ਪਈਆਂ, ਗਰਮੀ ਲੱਗਣ ਲੱਗ ਪਈ ਹੈ, ਫਿਰ ਉਹਨੂੰ ਪਹਿਲਾ ਕੰਮ ਇਹ ਕਰਨਾ ਪੈਣਾ ਕਿ ਉਹ ਆਪਣੀ ਗਰਮ ਚੀਜ਼ਾਂ ਜਿਹੜੀਆਂ ਉਹਨਾਂ ਕੋਲੋਂ ਜਾਨ ਛੁਡਵਾਵੇ। ਠੀਕ ਹੈ ਜੀ, ਕਰੇਲੇ ਨਹੀਂ ਖਾਣੇ, ਚਾਹ ਨਹੀਂ ਪੀਣੀ, ਇਸੇ ਤਰੀਕੇ ਨਾਲ ਗੋਸ਼ਤ ਦਾ ਇਸਤੇਮਾਲ ਘੱਟ ਕਰ ਲੈਣਾ ਜਾਂ ਖਤਮ ਕਰ ਦੇਣਾ, ਮਛਲੀ ਨਹੀਂ ਖਾਣੀ ਕਿਸੇ ਤਰ੍ਹਾਂ ਦੀ। ਸ਼ਹਿਦ ਵਗੈਰਾ ਵੀ ਇਹ ਚੀਜ਼ਾਂ ਬੜੀ ਇhtiyat ਨਾਲ ਇਸਤੇਮਾਲ ਕਰੇ। ਠੀਕ ਹੋ ਗਿਆ, ਚੰਦ ਕਤਰਿਆਂ ਤੋਂ ਵੱਧ ਨਾ ਕਰੇ ਜੀ, ਕਿਉਂਕਿ ਇਹ ਫਿਰ ਇਹ ਚ ਪਹਿਲੇ ਹੀ ਉਹ ਗਲੈਂਡ ਜ਼ਿਆਦਾ ਕੰਮ ਕਰਨ ਡਿਆ। ਹਾਂਜੀ, ਤੇ ਉਹਨੂੰ ਸਲੋ ਕਰਨਾ, ਬੇਸਿਕਲੀ ਉਹਦੀ એનર્ਜੀ ਘਟਾਉਣੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਦਾਂ ਸਮਝ ਲਓ ਕਿਸੇ ਮਸ਼ੀਨ ਦੀ ਸਪੀਡ ਆਪਣੀ ਓਵਰ ਹੋ ਗਈ ਹੈ। ਅੱਛਾ, ਹਾਂ, ਉਹਦੀ ਪ੍ਰੋਡਕਟਿਵਿਟੀ ਬਜ਼ਾਹਿਰ ਤੇ ਵਧੀ ਹੈ, ਲੇਕਿਨ ਉਹਨੇ ਕਿਸੇ ਟਾਈਮ ਤੇ ਪਟਾਕਾ ਵੀ ਮਾਰ, ਲੇਕਿਨ ਕਿਸੇ ਵੇਲੇ ਵੀ ਉਹਦੀ ਕੋਈ ਵੀ ਚੀਜ਼ ਮਿਸਿੰਗ ਕਰ ਸਕਦੀ ਹੈ। ਹਾਂ ਬਿਲਕੁਲ, ਇਸ ਤਰ੍ਹਾਂ ਮਤਲਬ ਕਿ ਓਵਰ ਸਾਡੀ ਜਿਹੜੀ ਜਿਸਮ ਦੀ ਮਸ਼ੀਨ ਆ ਓਵਰ ਕੰਮ ਕਰ ਰਹੀ ਹੁੰਦੀ ਹੈ। ਠੀਕ ਹੋ ਗਿਆ, ਠੀਕ ਹੈ ਨਾ। ਅੱਛਾ, ਇਹ ਹੋ ਗਿਆ, ਇਹਦੇ ਨਾਲ ਉਹਨੇ ਆਪਣਾ ਨਾ ਖੁਰਾਕ ਦਾ ਜਿਹੜਾ ਵਾ ਸਭ ਤੋਂ ਪਹਿਲਾ ਕੰਮ ਤੇ ਇਹ ਕੀਤਾ। ਇਹਦੇ ਵਿੱਚ ਕੋਈ ਵਜ਼ੀਫਾ ਮਤਲਬ ਜਿਹੜਾ ਉਹਨੂੰ ਪੜ੍ਹਨਾ ਚਾਹੀਦਾ ਵਾ ਉਹਦੇ ਨਾਲ? ਹਾਂ, ਅੱਲਾਹ ਤਾਲਾ ਦੇ ਸਾਰੇ ਐਸੇ ਅਸਮਾ ਜਿਨ੍ਹਾਂ ਦੇ ਵਿੱਚ ਮਤਲਬ ਕਿ ਰਹੀਮ, ਕਰੀਮ, ਹਾਂਜੀ, ਜਿਨ੍ਹਾਂ ਦੇ ਅਤਾ ਵਾਲੇ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਆ ਰਹੀ ਆ। ਅੱਛਾ, ਜਿਹੜੇ ਇਹ ਸਾਰੇ ਅਸਮਾ ਠੰਡੇ ਆ। ਅੱਛਾ ਜੀ, ਜਿਨ੍ਹਾਂ ਦੇ ਵਿੱਚ ਇਹ ਆ ਰਹੀ ਆ, ਰਹੀਮ ਹੈ, ਕਰੀਮ ਹੈ, ਹਾਂਜੀ ਜੀ, ਇਸ ਤਰ੍ਹਾਂ ਕਰਕੇ ਇਹ ਜਿਹੜੇ ਠੰਡੇ ਅਸਮਾ ਹੈ ਨਾ ਜੀ, ਇਹਨਾਂ ਦਾ ਉਹ ਵਿਰਦ ਕਰੇ, ਉਹ ਪਾਣੀ ਤੇ ਦਮ ਕਰਕੇ ਪੀਏ। ਹਾਂਜੀ, ਇਹਦੇ ਨਾਲ ਉਹਦੇ ਜਿਸਮ ਨੂੰ ਸਕੂਨ ਹੋਣਾ ਸ਼ੁਰੂ ਹੋਏਗਾ। ਠੀਕ ਹੋ ਗਿਆ, ਠੀਕ ਹੋਣਾ। ਯਾ ਰਹੀਮੋ ਯਾ ਕਰੀਮੋ ਦਾ ਵਿਰਦ ਕਰ ਲੈ, ਜਾਂ ਕਹਿਲਾ ਯਾ ਕਰੀਮੋ ਦਾ ਵਿਰਦ ਕਰੀ ਜਾ, ਇਹਦੇ ਨਾਲ ਉਹਦੇ ਜਿਸਮ ਚ ਫੌਰੀ ਜਿਹੜਾ ਨਾ ਸਕੂਨ ਹੋਣਾ ਸ਼ੁਰੂ ਹੋ ਜਾਏਗਾ। ਯਾ ਕਰੀਮ ਹੋ ਯਾ ਕਰੋ, ਬਸ ਅਕੇਲਾ ਯਾ ਕਰੀਮ ਹੋ ਯਾ ਕਰੀਮ ਹੋ ਯਾ। ਇਹਦਾ ਕੋਈ ਟਾਈਮ ਹੈ ਕਿੰਨੇ ਕਿਦੋਂ ਪੜਨਾ ਹੈ? ਮਤਲਬ ਕਿ ਜਿਹੜਾ ਤਾਂ ਪੇਸ਼ੈਂਟ ਹੋ ਗਿਆ, ਬਕਾਇਦਾ ਤੌਰ ਤੇ ਮਰੀਜ਼ ਹੋ ਗਿਆ, ਉਹਨੂੰ ਡਿਕਲੇਅਰ ਹੋ ਗਿਆ, ਉਹ ਪਰੇਸ਼ਾਨ ਆ, ਕਿਉਂਕਿ ਫਿਰ ਇਹਦੇ ਵਿੱਚ ਜਿਹੜਾ ਆ ਮਤਲਬ ਕਿ ਥਾਇਰਾਇਡ ਦੇ ਵਿੱਚ ਹੁੰਦਾ ਕਿ ਜਿਗਰ ਦੀ ਐਕਟੀਵਿਟੀ ਬੜੀ ਹੁੰਦੀ ਹੈ। ਥਾਇਰਾਇਡ ਬੇਸਿਕਲੀ ਗਲੇ ਦੇ ਕੋਲ ਹੁੰਦਾ ਹੈ ਇੱਥੇ। ਅੱਛਾ ਜੀ, ਤੇ ਉਹ ਫਿਰ ਮਤਲਬ ਕਿ ਐਲੋਪੈਥਿਕ ਦੇ ਵਿੱਚ ਇਹਦਾ ਕਿਹਾ ਜਾਂਦਾ ਹੈ ਕਿ ਮਤਲਬ ਕਿ ਇਹਦਾ ਆਪਰੇਸ਼ਨ ਸਰਜਰੀ ਕਰਾ ਦਿਓ। ਅੱਛਾ, ਟੌਂਸਿਲਸ ਦੀ ਵਗੈਰਾ ਦੀ ਨਹੀਂ, ਟੌਂਸਿਲਸ ਅਲੱਗ ਚੀਜ਼ ਆ, ਥਾਇਰਾਇਡ ਅਲੱਗ ਚੀਜ਼ ਆ। ਹਾਂਜੀ, ਠੀਕ ਹੈ ਨਾ। ਇੱਥੇ ਗਲੇ ਦੇ ਕੋਲ ਇੱਕ ਅਲੱਗ ਦਾ ਗਲੈਂਡ ਆ, ਮਤਲਬ ਕਿ ਇਹ ਜਿਗਰ ਦੇ ਮੁਤਾਬਕ ਕੰਮ ਕਰਦਾ, ਤੇ ਇਧਰ ਨੂੰ ਤਾਂ ਨੂੰ ਕੰਮ ਕਰਨ। ਹਾਂਜੀ, ਇਹਦੇ ਨਾਲ ਜਦੋਂ ਇਹ ਜ਼ਿਆਦਾ ਕੰਮ ਕਰਦਾ ਤਾਂ ਜਿਸਮ ਦੇ ਹਾਰਮੋਨ ਨੂੰ ਅਨਬੈਲੈਂਸ ਕਰਦਾ। ਤੇ ਕੋਈ ਦਰਦ ਵਗੈਰਾ ਜਿਸਮ ਦੇ ਵਿੱਚ ਕਿਤੇ ਮਹਿਸੂਸ ਹੁੰਦਾ? ਨਹੀਂ, ਇਹਨਾਂ ਦਰਦਾਂ ਕੋਈ ਨਹੀਂ ਮਹਿਸੂਸ ਹੁੰਦੀਆਂ, ਕਿਉਂਕਿ ਇਹਨਾਂ ਹੀਟ ਹੀ ਵਧੀ ਹੋਈ ਹੁੰਦੀ ਹੈ। ਅੱਛਾ, ਹੀਟ ਜਦੋਂ ਜਿਸਮ ਦੀ ਗਰਮੀ ਵਧੀ ਹੁੰਦੀ ਹੈ, ਪਸੀਨੇ ਆ ਰਹੇ ਹੁੰਦੇ ਆ, ਦਰਦਾਂ ਨਹੀਂ ਹੁੰਦੀਆਂ।
ਹਾਂਜੀ ਬਸ ਬੇਚੈਨੀ ਹੈ ਸਭ ਤੋਂ ਜ਼ਿਆਦਾ। ਉਹ ਮਤਲਬ ਕਿ ਕਿਸੇ ਵੀ ਜਗ੍ਹਾ ਤੇ ਉਹਨੂੰ ਸਕੂਨ ਨਹੀਂ ਆ ਰਿਹਾ ਹੁੰਦਾ। ਮਤਲਬ ਕਿ ਉਹ ਹੈ ਕਿ ਜਿੰਨਾ ਕਿ ਕਿਸ ਦਾ ਜ਼ਿਆਦਾ ਬੜਿਆ, ਬਿਲਕੁਲ ਜੇ ਕਿਸ ਦਾ ਥੋੜਾ ਬੜਿਆ ਉਹਦੀ ਉਸ ਹਿਸਾਬ ਨਾਲ ਬੇਚੈਨੀ ਕੰਮ ਆ ਕਰਕੇ ਜ਼ਿਆਦਾ। ਤਾਂ ਥਾਇਰਾਇਡ ਨੂੰ ਨਿਕਲਵਾਉਣੇ ਦਾ ਕਹਿੰਦੇ ਆ, ਲੇਕਿਨ ਇਹ ਬਿਲਕੁਲ ਸਹੀ ਨਹੀਂ ਆ। ਅਸੀਂ ਤੁਹਾਨੂੰ ਬਿਲਕੁਲ ਜੜੀ ਬੂਟੀ ਦਾ ਇਲਾਜ ਦੱਸਦੇ ਹਾਂ, ਜਿਹੜੀ ਕਿ ਆਮ ਮਿਲਣੇ ਵਾਲੀ ਜੜੀ ਬੂਟੀ ਹੈ। ਅੱਛਾ ਜੀ। ਬਰਮ ਡੰਡੀ ਇੱਕ ਸਾਡੀ ਹਰਬਲ ਦੀ ਬੂਟੀ ਹੈ। ਨਾਮ ਹੈ ਬਰਮ ਡੰਡੀ। ਬਰਮ ਡੰਡੀ ਜੀ। ਬਰਮ ਡੰਡੀ ਇੱਕ ਜੜੀ ਬੂਟੀ ਹੈ ਜੀ, ਜੀ ਪੰਸਾਰ ਸਟੋਰ ਤੋਂ ਕਿਤੋਂ ਵੀ ਮਿਲ ਜਾਏਗੀ। ਬੜੀ ਆਸਾਨ, ਬੜੀ ਬਿਲਕੁਲ ਸਸਤੀ ਕਿਸ ਤਰ੍ਹਾਂ ਇਸਤੇਮਾਲ ਕਰਨਾ? ਉਹਨੂੰ ਮਿਲ ਕੇ ਥੋੜਾ ਜਿਹਾ ਗ੍ਰਾਈਂਡ ਕਰ ਲਿਆ ਜਾਏ ਜੀ। 1 ਚਮਚ ਰਾਤ ਨੂੰ ਪਾਣੀ ਚ ਭਗੋ ਦਿਓ। ਹਾਂਜੀ। ਤੇ ਉਹ ਸਵੇਰ ਨੂੰ ਮਤਲਬ ਕਿ ਉਹਨੂੰ ਜਿਹੜਾ ਉਦਾਂ ਪੀ ਲਓ ਜੇ ਠੀਕ ਹੈ ਨਾ ਜੀ। ਉਹਦਾ ਖਸਿਆਂਦਾ ਤਿਆਰ ਹੋ ਜਾਏ। ਜੇ ਅਗਰ ਬੋਇਲ ਕਰ ਲੈਂਦੇ ਹੋ ਤੇ ਫਿਰ ਉਹਨੂੰ ਠੰਡਾ ਹੋਣ ਦਿਓ। ਹਾਂ, ਪਾਣੀ ਠੰਡਾ ਹੋ ਜਾਏ ਫਿਰ ਉਹਨੂੰ ਪੀ ਲਓ। ਠੀਕ ਹੋ ਗਿਆ तो इंशाल्लाह ताला विद इन 1 वीक, इंशाल्लाह बल्कि 1 हफ्ते ਦੇ ਵਿੱਚ ਤੁਹਾਡੀ ਤਬੀਅਤ ਸਕੂਨ ਆਣਾ ਸ਼ੁਰੂ ਹੋ ਜਾਏਗਾ। ਠੀਕ ਹੋ ਗਿਆ। ਠੀਕ ਹੋ ਗਿਆ। ਅੱਛਾ, ਅਗਰ ਮਤਲਬ ਇਸ ਤੋਂ ਆਪਾਂ ਥੋੜਾ ਜਿਹਾ ਅੱਗੇ ਨੂੰ ਜਾਂਦੇ ਆ, ਇਹ ਬਿਮਾਰੀ ਦੀਆਂ ਅਲਾਮਤ ਲੱਭ ਲੀਆਂ ਆਪਾਂ ਇਸ ਬਿਮਾਰੀ ਦੇ ਬਾਰੇ ਚ, ਇਹਦੇ ਨਾਲ ਹੋਰ ਜਿਹੜਾ ਨਾ ਪਰੇਸ਼ਾਨੀ, ਉਹਨੂੰ ਕੋਈ ਐਕਸਰਸਾਈਜ਼ਸ ਵਗੈਰਾ ਵੀ ਕਰਨੀਆਂ ਚਾਹੀਦੀਆਂ? ਹਾਂ, ਐਕਸਰਸਾਈਜ਼ ਵੀ ਕਰਨੀ ਚਾਹੀਦੀ ਜੀ। ਸਭ ਤੋਂ ਬਿਹਤਰ ਤੇ ਹੈ ਮੁਰਾਕਬਾ। ਅੱਛਾ, ਮੁਰਾਕਬਾ ਕਰੇ ਅੱਖਾਂ ਬੰਦ ਕਰਕੇ, ਅੱਲਾਹ ਤਾਲਾ ਦੇ ਰਹਿਮਤ ਦਾ ਜਿਹੜਾ ਉਹ ਆਪਣਾ ਖਿਆਲ ਕਰੇ ਕਿ ਮੈਂ ਖਾਨੇ ਕਾਬੇ ਦੇ ਸਾਹਮਣੇ ਬੈਠਾ ਔਰ ਅੱਲਾਹ ਦਾ ਨੂਰ ਮੇਰੇ ਤੇ ਆ ਰਿਹਾ ਔਰ ਮੇਰੇ ਸਾਰੇ ਜਿਸਮ ਦੀ ਜਿਹੜੀ ਤਰਤੀਬ ਖਰਾਬ ਹੋਈ, ਆਲੂਦਗੀਆਂ ਖਰਾਬੀਆਂ ਬਾਹਰ ਨਿਕਲ ਰਹੀਆਂ ਔਰ ਕੋਸ਼ਿਸ਼ ਕਰੇ ਕਿ ਉੱਤੋਂ ਨੂਰ ਦਾਖਲ ਹੋ ਰਿਹਾ ਔਰ ਮੇਰੇ ਜਿਸਮ ਚੋਂ ਜਿਹੜਾ ਕੋਈ ਗੰਦ ਬਲਾ ਜਿਹੜਾ ਨਿਕਲ ਕੇ ਜ਼ਮੀਨ 'ਚ ਦਾਖਲ ਹੋ ਰਿਹਾ। ਅੱਛਾ ਅੱਛਾ, ਜ਼ਮੀਨ 'ਚ ਜਾ ਰਿਹਾ। ਇਹਦਾ ਮਤਲਬ ਮੁਰਾਕਬਾ ਮਿੱਟੀ ਤੇ ਬੈਠ ਕੇ ਕਰਨਾ, ਮਿੱਟੀ ਤੇ ਕਰਨਾ ਜ਼ਿਆਦਾ ਹੀ ਮੁਨਾਸਬ ਹੈ। ਫੌਰੀ ਤੌਰ ਤੇ ਕੋਈ ਵੀ ਇਨਸਾਨ ਕਿਸੇ ਵੀ ਬੇਚੈਨੀ ਦਾ ਸ਼ਿਕਾਰ ਹੋਵੇ, ਉਸ ਵੇਲੇ ਬੇਚੈਨੀ ਦਾ ਸ਼ਿਕਾਰ ਹੈ, ਉਸ ਵੇਲੇ ਆਪਣੇ ਜੁੱਤੀਆਂ ਉਤਾਰ ਕੇ ਸਿਰਫ ਮਿੱਟੀ ਤੇ ਪੈਰ ਰੱਖ ਲੈ। ਅੱਛਾ, ਸਿਰਫ ਆਧਾ ਘੰਟਾ। ਸਭ ਤੋਂ ਜ਼ਿਆਦਾ ਪੂਰੀ ਵਰਲਡ ਨੇ ਹੁਣ ਰਿਸਰਚ ਕਰ ਲਈ ਹੈ। ਹਾਂਜੀ ਬਿਲਕੁਲ, ਕਿ ਸਭ ਤੋਂ ਜ਼ਿਆਦਾ ਮਿੱਟੀ ਬਦਨ ਨੂੰ ਸਾਫ਼ ਕਰਦੀ। ਹੁਣ ਤੇ ਉਹ ਕਹਿ ਰਹੇ ਆ ਕਿ ਬੱਚੇ ਵੀ ਮਿੱਟੀ 'ਚ ਖੇਲਣ, ਪਹਿਲੇ ਖੇਲਣੇ ਚਾਹੀਦੇ ਆ, ਖਾ ਲੈਂਦੇ ਤੇ ਆ ਹੋ ਜਾਂਦਾ, ਹੁਣ ਕਹਿੰਦੇ ਇਹਨੂੰ ਖਿਲਾਓ ਮਿੱਟੀ 3 ਸਾਲ ਤੱਕ। 3 ਸਾਲ ਤੱਕ। ਜੀ 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 ਜੀ। ਠੀਕ ਹੈ, ਮਿੱਟੀ ਦੇ ਵਿੱਚ ਬੰਦਾ ਖੜਾ ਕਰ ਦਿੱਤਾ ਆਪਾਂ। ਜੀ 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 ਜੀ। ਔਰ ਉਹ ਅੱਧਾ ਘੰਟਾ ਖੜਾ ਹੋਏਗਾ ਤੇ ਕੋਈ ਵੀ ਟੈਨਸ਼ਨ ਬਸ ਆਪਣੇ ਸਿਰ ਪਾਉ ਉਤਾਰ ਕੇ ਰੱਖ ਦੇਵੇ। ਹਾਂਜੀ, ਜੁੱਤੀ ਲਾਈ ਨਹੀਂ ਚਾਹੁੰਦਾ, ਸਿਰਫ ਪਾਉ ਰੱਖ ਦੇਵੇ, ਜੂਤਾ ਉਤਾਰ ਕੇ, ਜਰਾਬ ਉਤਾਰ ਕੇ, ਸਿਰਫ ਏੜੀ ਲਗਾ ਲੈ, ਤਦ ਵੀ ਉਹਦਾ ਜ਼ਮੀਨ ਨਾਲ ਕਨੈਕਸ਼ਨ ਹੋਣਾ ਚਾਹੀਦਾ। ਅੱਛਾ, ਅਗਰ ਹੁਣ ਤੇ ਮਿੱਟੀ ਵਾਲੇ ਘਰ ਹੀ ਨਹੀਂ ਹੁੰਦੇ, ਬਾਲਟੇ ਦੇ ਵਿੱਚ ਮਿੱਟੀ ਪਾਈ ਹੈ, ਬਾਲਟੇ 'ਚ ਮਿੱਟੀ ਜਿਹੜਾ ਚੱਲਦਾ ਫਿਰਦਾ ਨਹੀਂ, ਉਹਦੇ ਪੈਰਾਂ ਥੱਲੇ ਉਹ ਬਾਲਟਾ ਰੱਖ, ਹਾਂਜੀ, ਉਹਦੇ ਘਰ ਲਿਆ ਕੇ ਮਿੱਟੀ ਇੱਕ ਬੜੇ ਬਰਤਨ ਵਿੱਚ ਕਮ ਸੇ ਕਮ ਕੋਈ 4-5 ਕਿਲੋ ਦੇ ਕਰੀਬ, ਹਾਂਜੀ, ਉਹ ਜੇ ਕਿਸੇ ਟਰੇ 'ਚ ਰੱਖ ਲਓ, ਉਹਤੇ ਵੀ ਪਾਉ ਰੱਖ ਦੇਗਾ ਤਾਂ ਉਹਦੇ ਜਿਸਮ ਦੀ ਜਿਹੜੀਆਂ ਨੈਗੇਟਿਵ એનર્ਜੀਆਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ। ਠੀਕ ਹੋ ਗਿਆ ਜੀ। ਮਿੱਟੀ ਪਾਕ ਹੈ, ਮਿੱਟੀ ਪਾਕ ਆ। ਔਰ ਉਸ ਤੋਂ ਬਾਅਦ ਜਿਹੜਾ ਸਾਡਾ ਘਰੇਲੂ ਇਲਾਜ ਹੈ ਇਸ ਮਾਮਲੇ 'ਚ, ਉਹ ਹੈ ਕਿ ਛੋਟੀ ਇਲਾਇਚੀ, ਸੌਂਫ ਔਰ ਜ਼ੀਰਾ। ਛੋਟੀ ਇਲਾਇਚੀ, ਸੌਂਫ ਔਰ ਜ਼ੀਰਾ। ਇਹਦਾ ਮਤਲਬ ਕਿ ਪਾਣੀ ਕਾਵਾ ਤਰ੍ਹਾਂ ਤਿਆਰ ਕਰ ਲਓ। ਹਾਂਜੀ, ਛੋਟੀ ਇਲਾਇਚੀ ਠੰਡਾ ਪੀਣਾ। 1 ਤੋਂ 3 ਛੋਟੀ ਇਲਾਇਚੀ और 1 चुटकी तो 2 चुटकी जीरा सफेद, 1 चुटकी तो 2 चुटकी सफेद जीरा, और ਜਿਹੜੀ ਸੌਂਫ ਆ ਇਸੇ ਤਰੀਕੇ ਨਾਲ 2 ਚੁਟਕੀਆਂ ਸੌਂਫ ਵੀ ਉਨੀ ਕੀ ਤੇ ਮਤਲਬ ਕਿ 1.5 ਕੱਪ ਪਾਣੀ ਪਾ ਲਿਆ ਜਾਏ, ਜਿਸ ਲਈ 1 ਕੱਪ ਰਹਿ ਜਾਏ। ਹਾਂਜੀ, ਤੇ ਉਹਨੂੰ ਬਿਲਕੁਲ ਨਾਰਮਲ ਕਰਕੇ, ਜਿਹੜੇ ਹਾਈਪਰ ਵਾਲੇ ਇਹਨਾਂ ਨੂੰ ਗਰਮ ਨਹੀਂ ਪੀਣਾ ਚਾਹੀਦਾ, ਠੰਡਾ ਕਰਕੇ ਪੀਣਾ ਪਹਿਲੇ ਗਰਮੀ ਤੇ ਮਿੱਠਾ ਪਾ ਸਕਦੇ ਹੋ, ਮਿੱਠਾ ਪਾਣਾ ਚਾਹਣ ਪਾ ਸਕਦੇ ਆ। ਇਹਦਾ ਬਕਾਇਦਾ ਤੌਰ ਤੇ ਪਾਣੀ ਤਿਆਰ ਕਰ ਸਕਦੇ ਆ। ਬਕਾਇਦਾ ਤੌਰ ਤੇ ਇਸੇ ਮਿਕਦਾਰ ਨਾਲ ਬਲਕਿ ਬੜੀ ਬੋਤਲ ਤਿਆਰ ਕਰ ਲੈਣ, ਸ਼ਰਬਤ ਦੀ ਤਰ੍ਹਾਂ ਰੱਖ ਲੈਣ। ਹਾਂਜੀ, ਤੇ ਜਦੋਂ ਵੀ ਪਾਣੀ ਪੀਣ ਇਸੇ ਪਾਣੀ ਪੀ ਜਾਣ, ਫ੍ਰਿਜ 'ਚ ਰੱਖ ਸਕਦੇ ਆ। ਬਲਕਿ ਇਹਦੇ ਵਿੱਚ ਕੁਆਂਟੀਟੀ ਜਰਾ ਲੋ ਡਾਲਣ ਤਾਂ ਕਿ ਟੇਸਟ ਬਹੁਤਾ ਖਰਾਬ ਨਾ ਹੋ ਜਾਏ। ਹਾਂਜੀ, ਠੀਕ ਹੋ ਗਿਆ। ਉਹ ਮਤਲਬ ਕਿ ਹਫਤੇ ਦੇ ਵਿੱਚ ਜਿਹੜਾ ਨਾ ਉਹਨੂੰ ਤਬੀਅਤ ਸੰਭਲ ਜਾਏ, ਮਤਲਬ ਉਹਦੀ ਤਬੀਅਤ ਸੰਭਲ ਜਾਏ, ਤਬੀਅਤ ਸੰਭਲ ਜਾਏਗੀ। ਪਹਿਲੇ ਦੂਸਰੇ ਦਿਨ ਹੀ ਉਹ ਨਾ ਬਹੁਤ ਬੈਟਰ ਫੀਲ ਕਰੇਗਾ, ਬਹੁਤ ਬਿਹਤਰ ਫੀਲ ਕਰੇਗਾ। ਇੱਕ ਹੋਰ ਨੁਸਖਾ ਸੀਗਾ ਕਿਸੇ ਜਗ੍ਹਾ ਤੇ ਉਹ ਦੇਖਿਆ, ਸ਼ਾਇਦ ਤੁਸੀਂ ਮੈਨੂੰ ਦੱਸੋ, ਪਾਣੀ ਦੇ ਵਿੱਚ ਲੀਮੋ 1 ਕੱਟ ਕੇ ਸਿੱਧਾ ਹੀ ਉਹਦੇ ਵਿੱਚ ਸੁੱਟ ਲੈਣਾ, ਖੀਰਾ ਕੱਟ ਕੇ ਸੁੱਟ ਲਿਆ, ਥੋੜਾ ਜਿਹਾ ਪੁਦੀਨਾ ਵਗੈਰਾ, ਉਹ ਪਾਣੀ ਨੂੰ ਕਹਿੰਦੇ ਫਿਲਟਰ ਕਰਦਾ। ਏਦਾਂ ਵੀ ਹੁੰਦਾ? ਇਹ ਪਾਣੀ ਨੂੰ ਫਿਲਟਰ ਦਾ ਤਾਂ ਨਹੀਂ, ਉਹਦੇ ਵਿੱਚ ਬੈਕਟੀਰੀਆ ਬਣ ਜਾਂਦੇ ਆ। ਅੱਛਾ, ਜਿਹੜੇ ਗੁੱਡ ਬੈਕਟੀਰੀਆ ਜਿਹਨੂੰ ਅਸੀਂ ਕਹਿੰਦੇ ਆ ਕਿ ਸਾਡੇ ਹੈਲਦੀ ਬੈਕਟੀਰੀਆ, ਸਾਡੇ ਜਿਸਮ ਦੇ ਜਿਹੜੇ ਮਦਦਗਾਰ, ਜਿਹੜੇ ਮਾਵਨ ਆ, ਹਾਂਜੀ, ਸਾਡੇ ਇਸ ਤਰ੍ਹਾਂ ਪੰਜਾਬੀ ਚ ਕਹਿੰਦੇ ਨੇ ਕਿ ਸਾਡੇ ਜਿਹੜੇ ਅੱਛੇ ਮਜ਼ਦੂਰ ਆ, ਹਾਂ, ਜਿਹੜੇ ਸਾਡੇ ਖਾਣੇ ਨੂੰ ਹਜ਼ਮ ਕਰਦੇ ਆ, ਸਾਡੇ ਜਿਸਮ ਨੂੰ એનર્ਜੈਟਿਕ ਕਰਦੇ ਆ, ਉਹਨੂੰ ਮਤਲਬ ਕਰਦੇ ਆ, ਉਹ ਉਹਦੇ ਵਿੱਚ ਪੈਦਾ ਹੋ ਜਾਂਦੇ ਆ। ਅੱਛਾ, ਮਤਲਬ ਕਿ 6 ਤੋਂ 8 ਘੰਟੇ ਬਾਅਦ ਜੀ ਉਹ ਪਾਣੀ ਜਿਹੜਾ ਤੁਹਾਡੇ ਹਜ਼ਮ ਦੇ ਨਿਜ਼ਾਮ ਦੇ ਉੱਤੇ ਜਿਹੜਾ ਲੋਡ ਬਣ ਰਿਹਾ, ਜਿਹਦੀ ਜਲਨ ਹੋ ਰਹੀ ਆ, ਠੀਕ ਹੈ, ਉਹ ਉਹਦੇ ਵਿੱਚ ਮਦਦ ਕਰਦਾ ਹੈ। ਔਰ ਇਹਦੇ ਵਿੱਚ ਵੀ ਮਦਦ ਕਰੇਗਾ, ਇਹਦੇ ਵਿੱਚ ਵੀ ਮਦਦ ਕਰੇਗਾ, ਬਿਲਕੁਲ ਹਾਈਪਰਥਾਇਰਾਇਡ ਚ ਮਦਦ ਕਰੇਗਾ ਜੀ। ਔਰ ਉਸ ਤੋਂ ਬਾਅਦ ਇਹ ਜਿਹੜਾ ਅਲਕਲਾਈਨ ਵਾਟਰ ਇਹਨੂੰ ਕਹਿੰਦੇ ਆ। ਅੱਛਾ ਅੱਛਾ, ਇਹ ਹੈ ਅਲਕਲਾਈਨ ਵਾਟਰ, ਇਹ ਤਾਂ ਬਲੱਡ ਪ੍ਰੈਸ਼ਰ ਨੂੰ ਠੀਕ ਕਰਦਾ। ਜੀ ਜੀ ਜੀ, ਇਹਨੂੰ ਪੰਜਾਬੀ ਚ ਕਹਿ ਲਓਗੇ ਕਿ ਖਾਰ ਵਾਲਾ ਪਾਣੀ ਬਣ ਜਾਏਗਾ। ਅੱਛਾ, ਖਾਰੀ ਪਾਣੀ ਬਣ ਜਾਏਗਾ। ਸਹੀ, ਜਿਹੜਾ ਸਾਡੇ ਜਿਸਮ ਦੇ ਤੇਜ਼ਾਬੀ
कैफियत सारियां तोड़ देगा, ਉਹਨਾਂ ਨੂੰ ਖਤਮ ਕਰੇਗਾ। ਠੀਕ ਹੋ ਗਿਆ, ठीक हो गया ना। ਬੜੀ ਮਜ਼ੇਦਾਰ ਚੀਜ਼ ਮੈਂ ਪੁੱਛ ਲਈ ਤੁਹਾਨੂੰ। जी 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 ਇਹਦਾ ਤੇ ਕੌਮ ਵੀ ਖਤਮ ਹੋ ਜਾਣਾ। बिल्कुल ਇਹਦੇ ਨਾਲ ਕੈਂਸਰ ਤੱਕ ਦੀਆਂ ਵੀ ਅਲਾਮਤਾਂ ਨੂੰ ਸ਼ਿਕਸਤ ਦਿੱਤੀ ਜਾ ਅੱਛਾ ਸਕਦੀ ਜੀ, ਹੈ ਇਸੇ ਪਾਣੀ ਨਾਲ? ਇਸੇ ਪਾਣੀ ਨਾਲ, ਕਿਉਂਕਿ ਕੈਂਸਰ ਵੀ ਬੇਸਿਕਲੀ ਤੇਜ਼ਾਬੀਅਤ ਆ। ਅੱਛਾ, ਠੀਕ ਹੋ ਗਿਆ ਨਾ ਜੀ। ਕਿਸੇ ਵੀ ਤਰ੍ਹਾਂ ਜਿਸਲੇ ਦਾ ਖਾਰ ਅੰਦਰ ਜਾਂਦੀ ਹੈ ਹਾਂਜੀ। ਤੇਜ਼ਾਬ ਨੂੰ ਤੋੜ ਦਿੰਦੀ ਹੈ। ਬਿਲਕੁਲ। ਉਹਨਾਂ ਜਿਹੜੀ ਤਬੀਅਤ ਜਿਹੜੀਆਂ ਨਾ ਉਹ ਬਹੁਤ ਜਿਹੜੀਆਂ ਨਾ ਬਿਹਤਰ ਫੀਲ ਹੋਣੀ ਹੁੰਦੀ ਹੈ। ਹਾਂਜੀ ਕੋਈ ਵੀ ਸ਼ਖਸ ਕਰਕੇ ਦੇਖ ਲੈ, ਇਹ ਜਿਹੜਾ ਠੀਕ ਹੈ। ਪਾਣੀ ਵਾਲਾ ਨਿੰਬੂ ਹਰ ਬੰਦਾ ਇਹਨੂੰ ਇਸਤੇਮਾਲ ਕਰ ਸਕਦਾ। ਹਾਂਜੀ, ਪਹਿਲੇ ਦਿਨ ਹੀ ਉਹਦੀ ਤਬੀਅਤ ਦੇ ਅੰਦਰ ਬਹੁਤ ਜ਼ਿਆਦਾ ਜਿਹੜਾ ਨਾ ਉਹਨੂੰ ਬਿਹਤਰੀ ਮਹਿਸੂਸ ਕਰੇਗਾ। ਖੁਸੂਸਨ ਇਹ ਹਾਈਪੋਥਾਇਰਾਇਡ ਵਿੱਚ ਇਹਦਾ ਬੜਾ ਅੱਛਾ ਰਿਜ਼ਲਟ ਆਏਗਾ। ਅੱਛਾ, ਇਹ ਜਿਹੜਾ ਪਾਣੀ ਹੈ ਇਹਦਾ ਟੇਸਟ ਸਹੀ ਹੁੰਦਾ ਵਾ? ਮੈਂ ਪੀਤਾ ਨਹੀਂ ਹੈ ਕਦੀ। ਨਹੀਂ ਨਹੀਂ, ਬਿਹਤਰੀਨ ਟੇਸਟ ਹੁੰਦਾ ਇਹਦਾ। ਉਹ ਚੀਨੀ ਚੂਨੀ ਨਹੀਂ ਪਾਉਣੀ ਪੈਂਦੀ? ਹਾਂ, ਖੀਰਾ ਡਾਲੋ ਇਹਦੇ ਵਿੱਚ। ਹਾਂਜੀ, ਉਹ ਖੀਰਾ ਇਦਾਂ ਹੀ ਕੱਟ ਕੇ ਉਹਦੇ ਕਤਲੇ ਉਹਦੇ ਵਿੱਚ ਸੁੱਟ ਕਤਲੇ ਡਾਲ ਦੋ, ਨੀਂਬੂ ਇਦਾਂ ਹੀ ਕੱਟ ਕੇ ਉਹਦੇ ਕਤਲੇ ਉਹਦੇ ਸੁੱਟ ਦੋ। ਚੁਕੰਦਰ ਡਾਲ ਲਓ। ਅੱਛਾ, ਚੁਕੰਦਰ ਵੀ ਪਾ ਚੁਕੰਦਰ ਵੀ ਡਾਲ ਸਕਦੇ ਆ ਤੁਸੀਂ, ਬਲਕਿ ਪੀਸਸ ਥੋੜੇ ਥੋੜੇ ਡਾਲੋ ਤਾਂ ਕਿ ਦੇਸੀ ਪਾਣੀ ਹੋ ਗਿਆ ਹੁਣ। ਹਾਂ, ਥੋੜੇ ਥੋੜੇ ਉਹਦੇ ਵਿੱਚ ਡਾਲ ਲਓ। ਇਹ ਅਲਕਲਾਈਨ ਵਾਟਰ ਇਹਨੂੰ ਕਹਿੰਦੇ ਆ। ਪੂਰੇ ਵਰਲਡ ਚ ਇਹਦੇ ਤੇ ਇਸਤੇਮਾਲ ਹੋ ਰਿਹਾ। ਸ਼ੂਗਰ ਵਾਲੇ ਇਹਨੂੰ ਇਸਤੇਮਾਲ ਕਰਨ? ਸ਼ੂਗਰ ਵਾਲੇ ਬਿਲਕੁਲ ਇਸਤੇਮਾਲ ਕਰਨ। ਉਹਨਾਂ ਦੇ ਜਿਹੜੇ ਪਾਉਂ ਜਲਦੇ ਆ, ਹੱਥ ਜਲਦੇ ਆ, ਉਹ ਬਿਹਤਰ ਅੱਛਾ ਹੀਟ ਉਹਨਾਂ ਨੂੰ ਸਪੂਨ में ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੋ ਗਿਆ ਜੀ, ਇਹ ਤੇ ਫਿਰ ਬੜੀ ਅੱਛੀ ਗੱਲ ਹੋ ਗਈ। ਹਾਂ, ਨੀਂਦ ਜਿਨ੍ਹਾਂ ਨੂੰ ਨਹੀਂ ਆਉਂਦੀ ਅਲਕਲਾਈਨ ਵਾਟਰ ਪੀਣ ਨਾਲ, ਉਹਨਾਂ ਦੀ ਨੀਂਦ ਵੀ ਬਹਾਲੀ ਚ ਮਦਦ ਮਿਲੇਗੀ। जी जी, हाइपोथायराइड इस वेले एक बड़ा अहम इशू है जी। T4 T3 T4 और FSH जिसले खराब होंगे हैं तो फिर बिल्कुल पिट्यूटरी ग्लैंड इन्हों कहते हैं जी। पिट्यूटरी ग्लैंड दी भी कारकर्दगी खत्म हो जाती है। अच्छा, वो भी बहुत ज्यादा मुतासर हो जाती है। ठीक हो गया। कुछ पेशेंट दे अंदर जेड़ा ना प्रोलैक्टिन एक मतलब के टेस्ट आ रहा, ओदी मिकदार भी बहुत ज्यादा अच्छा अपसेट हो जाती है। सही हो गया। वो मतलब कि ये इन्हों बिल्कुल लाइट नहीं लेना चाहिए। ਟੈਸਟ ਕਰਾਉਣੇ ਚਾਹੀਦੇ ਆ, ਅਗਰ ਤੁਹਾਨੂੰ ਨੰਬਰ ਚੈੱਕ ਕਰਾ ਲਈਏ। ਟੈਸਟ ਤੋਂ ਇਲਾਵਾ ਵੀ ਮੈਂ ਇੱਕ ਟੈਸਟ ਦੱਸ ਦੇਣਾ ਸਾਰਿਆਂ ਲੋਕਾਂ ਲਈ ਫ੍ਰੀ ਆਫ ਕਾਸਟ ਹੈ। ਹਾਂਜੀ ਜੀ, ਸਾਰੇ ਸਾਡੇ ਜਿਹੜੇ ਨਾਜ਼ਰੀਨ ਆਏ ਉਹਨਾਂ ਦੇ ਵਾਸਤੇ ਤੋਹਫਾ ਹੈ ਔਰ ਇਸ ਤੋਂ ਫਾਇਦਾ ਉਠਾ ਕੇ ਉਹ ਆਪਣਾ ਵੀ ਇਲਾਜ ਕਰਨ, ਆਪਣੇ ਲੋਕਾਂ ਦਾ ਵੀ ਇਲਾਜ ਕਰਨ ਜੀ ਜੀ, ਤੇ ਸਾਡੀ ਟੀਮ ਨੂੰ ਵੀ ਦੁਆਏ ਖੈਰ ਨਾਲ ਯਾਦ ਕਰਨ। ਇਹ ਜੀ ਇਸ ਤਰ੍ਹਾਂ ਜੀ, ਇਹ ਜਿਹੜਾ ਪੁਆਇੰਟ ਹੈ, ਇਹ ਪੁਆਇੰਟ ਵਾਲਾ ਪੁਆਇੰਟ। ਅੱਛਾ, ਇਹ ਜਿਹਨੂੰ ਵੀ ਹਾਈਪਰ ਜਾਂ ਹੈਪੋ ਹੋਏਗਾ, ਉਹਨੂੰ ਜਿਸਲੇ ਦਬਾਓਗੇ ਉਹਦੇ ਬਹੁਤ ਸ਼ਦੀਦ ਦਰਦ ਹੋਏਗਾ। ਇਸ ਜਗ੍ਹਾ ਤੇ ਬਹੁਤ ਅੰਗੂਠੇ ਦੇ ਨਾਲ ਇਹਦੀ ਹੱਡੀ ਦੇ ਨੀਚੇ, ਜੀ 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 ਜੀ, ਗੋਸ਼ਤ ਦੇ ਉੱਤੇ ਇਸ ਜਗ੍ਹਾ। ਲੋ ਜੀ, ਇੱਥੋਂ ਦਬਾਉਂਗੇ ਤਕਲੀਫ ਇੱਥੇ ਹੀ ਹੋਊਗੀ? ਇੱਥੇ ਹੀ ਹੋਗੀ, ਬਾਕੀ ਹੱਥ ਜਿੱਥੇ ਦਬਾਓਗੇ ਦਰਦ ਨਹੀਂ ਹੋਏਗਾ। ਮਤਲਬ ਜਿੱਦਾਂ ਬਰਦਾਸ਼ਤ ਤੋਂ ਬਾਹਰ ਜਾਣ ਲੱਗ ਪਿਆ? ਜੀ ਜੀ, ਬਰਦਾਸ਼ਤ ਤੋਂ ਬਾਅਦ ਜ਼ਿਆਦਾ ਜਾਣ ਲੱਗ ਪਿਆ। ਲੋ ਜੀ, ਇਹ ਟੈਸਟ ਤੁਹਾਡਾ ਉੱਥੇ ਬੈਠਿਆ ਹੋਇਆ, ਫ੍ਰੀ ਟੈਸਟ ਹੈ ਤੁਹਾਡਾ। ਮੇਰੇ ਠੀਕ ਹੈ ਜੀ। ਜੀ ਠੀਕ ਹੋ ਗਿਆ ਨਾ ਜੀ, ਬਗੈਰ ਕਿਸੇ ਪੈਸੇ ਖਰਚ ਕਰਨ ਤੋਂ ਤੁਸੀਂ ਆਪਣਾ ਖੁਦ ਟੈਸਟ ਕਰ ਸਕਦੇ ਹੋ। ਠੀਕ ਹੈ, ਖੁਦ ਆਪਣੇ ਘਰ ਤੱਕ ਇਲਾਜ ਕਰ ਸਕਦੇ ਹੋ। ਫਿਰ ਵੀ ਤੁਹਾਨੂੰ ਕੋਈ ਦਿੱਕਤ ਆਵੇ ਸਾਨੂੰ ਸਵਾਲ ਭੇਜ ਸਕਦੇ ਹੋ, ਅਸੀਂ ਉਹਦੀ ਤੁਹਾਡੀ ਰਹਿਨਮਾਈ ਕਰਦੇ ਹਾਂ ਇਨਸ਼ਾਅੱਲਾ ਜੀ। ਲੋ ਜੀ ਨਾਜ਼ਰੀਨ, ਹਾਈਪਰਥਾਇਰਾਇਡ ਦੇ ਬਾਰੇ 'ਚ ਅੱਜ ਕੋਸ਼ਿਸ਼ ਕੀਤੀ ਹੈ ਸਿਰਾ ਅਸਲ ਗੁਫ਼ਤਗੂ ਕਰਨ ਦੀ। ਇਹਦੇ ਬਾਵਜੂਦ ਅਗਰ ਕੁਝ ਰਹਿ ਗਿਆ ਤੇ ਤੁਸੀਂ ਪੁੱਛ ਸਕਦੇ ਹੋ। ਤੁਹਾਡੇ ਕੋਲ ਸਕਰੀਨ ਤੇ ਨੰਬਰ ਚੱਲ ਰਿਹਾ, ਉਹਦੇ ਉੱਤੇ WhatsApp ਕਰੋ ਜਾਂ ਫਿਰ ਤੁਸੀਂ ਥੱਲੇ ਕਮੈਂਟਸ ਦੇ ਵਿੱਚ ਕਹੋ ਤੇ ਅਸੀਂ ਇਨਸ਼ਾਅੱਲਾ ਕੈਰੋ ਮੀਡੀਆ ਜਵਾਬ ਦੇਗਾ। ਤੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਸਮੇਂ ਖਤਮ ਹੋਇਆ। ਆਪਣੇ ਮੇਜ਼ਬਾਨ ਮੁਜੀਬੁਰ ਰਹਿਮਾਨ ਸਾਹਿਲ ਤੇ ਹਕੀਮ ਅਲਹਾਜ अब्दुल मजीद चिश्ती साहब को इजाजत दियो। अगले प्रोग्राम तक ਲਈ ਰੱਬ ਰਾਖਾ। ਅੱਲਾਹ ਹਾਫਿਜ਼।